ਵੈਲਕਮ ਟੂ ਪੰਜਾਬੀ ਐਜੂਕੇਸ਼ਨ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਅਸੀਂ ਕਰ ਰਹੇ ਸੀ ਪੰਜਾਬੀ ਦੇ ਵਾਰਤਕਾਰ। ਅੱਜ ਉਸ ਦਾ ਤੀਜਾ ਭਾਗ ਹੈ। ਜੇ ਪਿਛਲੇ ਦੋ ਭਾਗ ਨਹੀਂ ਦੇਖੇ ਤਾਂ ਉਹਨਾਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਜਾਂ ਚੈਨਲ ਦੀ ਪਲੇਲਿਸਟ ਜਾ ਕੇ ਦੇਖ ਲਿਓ। ਅੱਜ ਦਾ ਸਾਡਾ ਪਹਿਲਾ ਪ੍ਰਸ਼ਨ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਬਾਰੇ। ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਸਭ ਤੋਂ ਵੱਧ ਪ੍ਰਸਿੱਧੀ ਪੰਜਾਬੀ ਸਾਹਿਤ ਦੇ ਕਿਹੜੇ ਖੇਤਰ ਦੇ ਵਿੱਚ ਹੋਈ ਸੀ? ਕਹਾਣੀ, ਸਾਹਿਤ ਦਾ ਇਤਿਹਾਸ, ਨਾਵਲ ਜਾਂ ਕਵਿਤਾ? ਤਾਂ ਜਿਹੜੀ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਪ੍ਰਸਿੱਧੀ ਹੋਈ ਸੀ ਸਾਹਿਤ ਦੇ ਇਤਿਹਾਸ ਦੇ ਵਿੱਚ। ਅੱਗੇ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਨਿਬੰਧ ਸੰਗ੍ਰਹਿ ਦਾ ਕੀ ਨਾਂ ਹੈ? ਇੰਦਰ ਦੇਵਤਾ, ਧਨੁਸ਼ਧਾਰੀ, ਇੰਦਰ ਧਨੁਸ਼ ਜਾਂ ਇੰਦਰਾਸਨ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਇੱਕ ਨਿਬੰਧ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤਾ ਸੀ ਤੇ ਉਸ ਦਾ ਨਾਮ ਹੈ ਇੰਦਰ ਧਨੁਸ਼। ਤੇ ਇਹਦੇ ਵਿੱਚ ਕਿੰਨੇ 7 ਨਿਬੰਧ ਆ। ਇਸ ਸਾਹਿਤਕਾਰ ਨੇ ਕਿਹੜੇ ਪੰਜਾਬੀ ਦੇ ਕਵੀ ਦੀ ਸਾਹਿਤਿਕ ਪ੍ਰਤਿਭਾ ਨੂੰ ਲੈ ਕੇ ਪੂਰੀ ਪੁਸਤਕ ਲਿਖੀ ਸੀ? ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ ਜਾਂ ਪ੍ਰੋਫੈਸਰ ਮੋਹਨ ਸਿੰਘ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਸਾਹਿਤਿਕ ਪ੍ਰਤਿਭਾ ਦੇ ਬਾਰੇ ਕੀ ਆ ਪੁਸਤਕ ਲਿਖੀ ਸੀ। ਉਹ ਪ੍ਰੋਫੈਸਰ ਪੂਰਨ ਸਿੰਘ ਦੀ ਸ਼ਖਸੀਅਤ ਤੋਂ ਕਾਫੀ ਪ੍ਰਭਾਵਿਤ ਸੀ। ਅਗਲਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜਾ ਨਿਬੰਧ ਇੰਦਰ ਧਨੁਸ਼ ਨਾਂ ਦੇ ਨਿਬੰਧ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ? ਕਲਾ ਤੇ ਕਲਾਕਾਰ ਦੀ ਮਹਿਮਾ, ਸੁੱਚੀ ਕਿਰਤ, ਧਰਮ ਤੇ ਸਦਾਚਾਰ, ਆਦਰਸ਼ ਪੁਰਸ਼ ਜਾਂ ਇਹ ਸਾਰੇ ਹੀ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੇ ਨਿਬੰਧ ਸੰਗ੍ਰਹਿ ਇੰਦਰ ਧਨੁਸ਼ ਦੇ ਵਿੱਚ ਇਹ ਸਾਰੇ ਹੀ ਨਿਬੰਧ ਸ਼ਾਮਲ ਨੇ। ਅਗਲਾ ਹੈ ਹੇਠ ਦਿੱਤਿਆਂ ਚੋਂ ਕਿਹੜਾ ਨਿਬੰਧ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਪੁਸਤਕ ਇੰਦਰ ਧਨੁਸ਼ ਵਿੱਚ ਸ਼ਾਮਲ ਨਹੀਂ ਹੈ? ਮਾਨਵਵਾਦ, ਚੰਗੇ ਚਰਿੱਤਰ, ਮਾਨਵ ਸੰਸਕ੍ਰਿਤ ਦੇ ਸੋਮੇ ਤੇ ਚਰਨ ਕਵਲ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਨਿਬੰਧ ਸੰਗ੍ਰਹਿ ਪੁਸਤਕ ਦੇ ਵਿੱਚ 7 ਨਿਬੰਧ ਆ ਤੇ ਉਹਨਾਂ ਦੇ ਵਿੱਚੋਂ ਜਿਹੜਾ ਚੰਗੇ ਚਰਿੱਤਰ ਨਿਬੰਧ ਨਹੀਂ ਸ਼ਾਮਲ ਹੈਗਾ। ਤੇ ਉਹਨਾਂ 7 ਨਿਬੰਧਾਂ ਦੇ ਕੀ ਨਾਮ ਨੇ? ਕਲਾ ਤੇ ਕਲਾਕਾਰ ਦੀ ਮਹਿਮਾ, ਸੁੱਚੀ ਕਿਰਤ, ਧਰਮ ਤੇ ਸਦਾਚਾਰ, ਆਦਰਸ਼ ਪੁਰਸ਼ਾ, ਮਾਨਵਵਾਦ, ਮਾਨਵ ਸੰਸਕ੍ਰਿਤ ਦੇ ਸੋਮੇ ਤੇ ਚਰਨ ਕਵਲ? ਅਗਲਾ ਪ੍ਰਸ਼ਨ ਹੈ ਆਪਣੇ ਨਿਬੰਧ ਸੰਗ੍ਰਹਿ ਵਿੱਚ ਪ੍ਰੋਫੈਸਰ ਕਸੇਲ ਨੇ ਕਿਹੜੇ ਵਿਸ਼ੇ ਨਾਲ ਸੰਬੰਧਿਤ ਨਿਬੰਧ ਲਿਖੇ ਸੀ? ਕਲਾ, ਸੱਭਿਆਚਾਰ, ਮਾਨਵੀ ਜੀਵਨ ਜਾਂ ਇਹ ਸਾਰੇ ਹੀ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਕਲਾ, ਸੱਭਿਆਚਾਰ, ਮਾਨਵੀ ਜੀਵਨ ਇਹਨਾਂ ਸਾਰੇ ਵਿਸ਼ਿਆਂ ਬਾਰੇ ਹੀ ਨਿਬੰਧ ਲਿਖੇ ਸੀ। ਅੱਗੇ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਨਿਬੰਧਾਂ ਦੀ ਮੁੱਖ ਸੁਰ ਕਿਹੜੀ ਹੈ? ਆਦਰਸ਼ਕ, ਪ੍ਰਗਤੀਵਾਦੀ, ਰੋਮਾਂਟਿਕ ਜਾਂ ਊੜਾ ਤੇ ਐੜਾ ਦੋਵੇਂ ਹੀ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਜਿਹੜੀ ਨਿਬੰਧਾਂ ਦੀ ਸੁਰ ਆ ਉਹ ਕੀ ਆ? ਆਦਰਸ਼ਕ ਸੀ ਤੇ ਪ੍ਰਗਤੀਵਾਦੀ। ਇਸ ਲਈ ਈਡੀ ਆਪਸ਼ਨ ਕੀ ਆ ਸਹੀ ਹੋ ਜਾਂਦਾ ਹੈ। ਅੱਗੇ ਹੈ ਚਰਨ ਕਵਲ ਨਿਬੰਧ ਵਿੱਚ ਲੇਖਕ ਨੇ ਅਧਿਆਤਮਿਕ ਜਗਿਆਸਾ ਨਾਲ ਹੋਰ ਕਿਸ ਦਾ ਸੁਮੇਲ ਕੀਤਾ ਹੈ? ਆਦਰਸ਼ਵਾਦ, ਧਾਰਮਿਕਤਾ, ਰਹੱਸਵਾਦੀ ਵਿਚਾਰ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਜਿਹੜੇ ਚਰਨ ਕਵਲ ਨਿਬੰਧ ਆ ਉਹਦੇ ਵਿੱਚ ਅਧਿਆਤਮਿਕ ਜਗਿਆਸਾ ਦੇ ਨਾਲ ਕੀ ਆ ਰਹੱਸਵਾਦੀ ਵਿਚਾਰ ਵੀ ਦਿੱਤੇ ਆ। ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਸਮੁੱਚਾ ਦ੍ਰਿਸ਼ਟੀਕੋਣ ਮਨੁੱਖ ਨੂੰ ਇਕੱਲੀ ਜਾਗਿਰਤੀ ਪ੍ਰਦਾਨ ਕਰਨ ਨਾਲ ਸੰਬੰਧਿਤ ਨਹੀਂ, ਸਗੋਂ ਉਸ ਅਨੁਸਾਰ ਮਨੁੱਖ ਨੂੰ ਡੈਸ਼ ਵੀ ਕਰਨਾ ਚਾਹੀਦਾ ਹੈ? ਉੱਦਮ, ਸਾਰਥਿਕ, ਸਮਾਜਿਕ ਵਰਗ, ਪਵਿੱਤਰ ਕੰਮ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਤਾਂ ਪ੍ਰੋਫੈਸਰ ਕਿਰਪਾਲ ਸਿੰਘ ਨੇ ਕਿਹਾ ਸੀ ਮਨੁੱਖ ਨੂੰ ਇਕੱਲੀ ਜਾਗਿਰਤੀ ਪ੍ਰਦਾਨ ਕਰਨ ਦੇ ਨਾਲ ਸੰਬੰਧਿਤ ਨਹੀਂ, ਉਹਨਾਂ ਅਨੁਸਾਰ ਮਨੁੱਖ ਨੂੰ ਕੀ ਆ ਸਾਰਥਿਕ, ਸਮਾਜਿਕ ਅਤੇ ਵਰਗ ਨਹੀਂ ਕਰਮ, ਸਾਰਥਿਕ ਸਮਾਜਿਕ ਕਰਮ ਵੀ ਕਰਨੇ ਚਾਹੀਦੇ ਹਨ। ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੇ ਨਾਵਲ ਦਾ ਕੀ ਨਾਂ ਹੈ? ਔੜ ਦੇ ਬੀਜ, ਅਣਡਿੱਠੀ ਦੁਨੀਆ, ਸਵੇਰ,
ਜਾਂ ਵਾਰਡ ਨੰਬਰ 10। ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਇੱਕੋ ਹੀ ਨਾਵਲ ਲਿਖਿਆ ਸੀ ਤੇ ਉਸ ਦਾ ਕੀ ਨਾਮ ਹੈ? ਵਾਰਡ ਨੰਬਰ 10। ਇਹਦੇ ਵਿੱਚ ਕੀ ਹੁੰਦਾ ਹੈ? ਹੌਸਪੀਟਲ ਦੇ ਵਿੱਚ ਕੋਈ ਜਿਵੇਂ ਮਰੀਜ਼, ਉਹਦੀ ਮਨੋਦਸ਼ਾ ਨੂੰ ਬਿਆਨ ਕੀਤਾ ਤੇ ਉਸ ਦੇ ਨਾਲ ਜਿਹੜੇ ਉੱਥੋਂ ਦੇ ਡਾਕਟਰ ਆ, ਬਾਕੀ ਕਰਮਚਾਰੀ ਉਸ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਆ, ਉਹਨਾਂ ਸਾਰਿਆਂ ਬਾਰੇ ਉਸਨੇ ਇਸ ਨਾਵਲ ਦੇ ਵਿੱਚ ਜਾਣਕਾਰੀ ਦਿੱਤੀ ਆ। ਅੱਗੇ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਵਧੇਰੇ ਕਰਕੇ ਕਿਹੜੇ ਸਾਹਿਤਕਾਰ ਦੀਆਂ ਰਚਨਾਵਾਂ ਅਨੁਵਾਦਿਤ ਕੀਤੀਆਂ? ਭਾਈ ਵੀਰ ਸਿੰਘ ਦੀਆਂ, ਪ੍ਰੋਫੈਸਰ ਪੂਰਨ ਸਿੰਘ ਦੀਆਂ, ਧਨੀ ਰਾਮ ਚਾਤ੍ਰਿਕ ਜਾਂ ਲਾਲਾ ਬਿਹਾਰੀ ਲਾਲਪੁਰੀ। ਪ੍ਰੋਫੈਸਰ ਕਸੇਲ ਦੀ ਸ਼ਖਸੀਅਤ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਕਾਫੀ ਪ੍ਰਭਾਵ ਸੀ ਤੇ ਉਹਨਾਂ ਨੇ ਕਈ ਸਾਹਿਤਿਕ ਰਚਨਾਵਾਂ ਦਾ ਅਨੁਵਾਦ ਕੀਤਾ ਸੀ। ਅਨੁਵਾਦ ਕਰਨ ਤੋਂ ਇਲਾਵਾ ਉਹਨਾਂ ਨੇ ਉਹਨਾਂ ਦੀਆਂ ਕਈ ਰਚਨਾਵਾਂ ਦੀ ਕੀ ਆ, ਆਲੋਚਨਾ ਦ੍ਰਿਸ਼ਟੀ ਤੋਂ ਵੀ ਕੰਮ ਕੀਤਾ ਸੀ। ਅਗਲਾ ਵਾਰਤਕਾਰ ਹੈ ਗੁਰਬਖਸ਼ ਸਿੰਘ ਪ੍ਰੀਤਲੜੀ। ਇਹਨਾਂ ਦਾ ਪਹਿਲਾ ਪ੍ਰਸ਼ਨ ਹੈ, 1947 ਤੋਂ ਪਹਿਲਾਂ ਇਹਨਾਂ ਵਿੱਚੋਂ ਗੁਰਬਖਸ਼ ਸਿੰਘ ਦੀਆਂ ਕਿਹੜੀਆਂ ਵਾਰਤਕ ਰਚਨਾਵਾਂ ਪ੍ਰਕਾਸ਼ਿਤ ਹੋਈਆਂ? ਸਾਵੀਂ ਪੱਧਰੀ ਜ਼ਿੰਦਗੀ, ਪਰਮ ਮਨੁੱਖ ਤੇ ਪ੍ਰਣ ਪੁਸਤਕ, ਮੇਰੀਆਂ ਅਪੁੱਲ ਯਾਦਾਂ, ਨਵੀਂ ਤੱਕੜੀ ਦੁਆ ਤੇ ਸਵੈ ਪੂਰਨਤਾ ਦੀ ਲਗਨ ਜਾਂ ਇਹ ਸਾਰੀਆਂ ਹੀ? ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ 1947 ਤੋਂ ਪਹਿਲਾਂ ਜਿਹੜੀਆਂ ਇਹ ਸਾਰੀਆਂ ਹੀ ਰਚਨਾਵਾਂ ਪ੍ਰਕਾਸ਼ਿਤ ਹੋ ਗਈਆਂ ਸੀ। ਅੱਗੇ ਹੈ ਕਿਸੇ ਦਿਲ ਸਾਂਝੇ ਦੀ ਧੜਕਣ, ਕਿਸੇ ਪ੍ਰੀਤ ਗੀਤ ਦੀ ਲੈ, ਕਾਵ ਸਤਰਾਂ ਕਿਹੜੀ ਪ੍ਰੀਤਲੜੀ ਦੇ ਟਾਈਟਲ ਸਫ਼ੇ 'ਤੇ ਛਪੀਆਂ ਸੀ? ਜਨਵਰੀ 1934, ਨਵੰਬਰ 1933, ਸਤੰਬਰ 1933, ਸਤੰਬਰ 1934। ਤਾਂ ਜਿਹੜੀਆਂ ਇਹ ਕਾਵ ਸਤਰਾਂ ਨੇ ਪ੍ਰੀਤਲੜੀ ਰਸਾਲੇ ਦੇ ਟਾਈਟਲ 'ਤੇ ਛਪੀਆਂ ਸੀ ਜਨਵਰੀ 1934 ਨੂੰ। ਵਾਰਤਕਾਰ ਗੁਰਬਖਸ਼ ਸਿੰਘ ਦੇ ਨਿਬੰਧਾਂ ਦੇ ਮੁੱਖ ਵਿਸ਼ਿਆਂ ਵਿੱਚ ਸ਼ਾਮਿਲ ਹੈ ਸੱਭਿਆਚਾਰ ਅਤੇ ਧਰਮ ਬਾਰੇ, ਮਨੁੱਖ ਦੇ ਵਿਚਾਰ, ਸਮਾਜਿਕ ਸਮੱਸਿਆਵਾਂ, ਵਿਗਿਆਨ, ਸਾਹਿਤ ਤੇ ਹੋਰ ਕੋਮਲ ਕਲਾਵਾਂ, ਪਿਆਰ ਤੇ ਸ਼ਿਸ਼ਟਾਚਾਰ ਜਾਂ ਇਹ ਸਾਰੇ ਹੀ? ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਿਬੰਧਾਂ ਦੇ ਵਿੱਚ ਕੀ ਹੈ? ਇਹ ਸਾਰੇ ਹੀ ਵਿਸ਼ੇ ਸ਼ਾਮਿਲ ਸੀ। ਅਗਲਾ ਪ੍ਰਸ਼ਨ, ਮੇਰਾ ਜੀਵਨ ਦੂਜਿਆਂ ਲਈ ਦੀਵਾ ਹੋਵੇ, ਸੱਚਾਈ ਇਸ ਦੀਵੇ ਦੇ ਚਾਨਣ ਹੋਵੇ, ਸੱਚਾਈ ਇਸ ਦੀਵੇ ਦੀ ਓਟ ਹੋਵੇ। ਇਹਨਾਂ ਸਤਰਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਸ ਵਿਸ਼ੇ ਬਾਰੇ ਵਿਚਾਰ ਪ੍ਰਗਟ ਕੀਤੇ ਆ? ਦੂਜਿਆਂ ਬਾਰੇ, ਸੱਚਾਈ ਬਾਰੇ, ਮਹਾਤਮਾ ਬੁੱਧ ਬਾਰੇ ਜਾਂ ਆਪੇ ਬਾਰੇ? ਇਹਨਾਂ ਸਤਰਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸੱਚਾਈ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਆ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਆਪਣੇ ਆਖਣ ਅਨੁਸਾਰ ਉਹ ਲੇਖਕ ਕਿਉਂ ਬਣਿਆ ਸੀ? ਇੰਜੀਨੀਅਰਿੰਗ ਉਸ ਦੀ ਰੁਚੀ ਅਨੁਸਾਰ ਨਹੀਂ ਸੀ। ਉਹ ਆਪਣੀ ਅੰਦਰਲਾ ਸੁਨੇਹਾ ਲੇਖਕ ਬਣ ਕੇ ਦੇ ਸਕਦਾ ਹੈ। ਲੇਖਕ ਬਣ ਕੇ ਉਹ ਲੋਕਾਂ ਦੀ ਜ਼ਿੰਦਗੀ ਆਸਾਨ ਕਰ ਸਕਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਿਹੜਾ ਗੁਰਬਖਸ਼ ਸਿੰਘ ਪ੍ਰੀਤਲੜੀ ਸੀ ਉਹ ਆਪਣੇ ਮਨ ਦੇ ਭਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਤੇ ਉਹ ਕਿਸ ਢੰਗ ਦੇ ਨਾਲ ਪਹੁੰਚਾ ਸਕਦਾ ਸੀ? ਉਹ ਲੇਖਕ ਬਣ ਕੇ ਆਪਣਾ ਜਿਹੜਾ ਸੁਨੇਹਾ ਹੈ ਪਾਠਕਾਂ ਤੱਕ ਪਹੁੰਚਾਉਂਦਾ ਸੀ। ਅੱਗੇ ਹੈ ਗੁਰਬਖਸ਼ ਸਿੰਘ ਨੇ ਪ੍ਰੀਤਲੜੀ ਰਸਾਲੇ ਦਾ ਜਿਹੜਾ ਪ੍ਰਕਾਸ਼ਨ ਆ ਕਦੋਂ ਸ਼ੁਰੂ ਕੀਤਾ ਸੀ? ਮਾਰਚ 1938, ਸਤੰਬਰ 1933, ਨਵੰਬਰ 1937, ਅਕਤੂਬਰ 1939। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਰਸਾਲਾ ਸੀ ਪ੍ਰੀਤਲੜੀ ਤੇ ਇਹਦਾ ਪਹਿਲਾ ਪ੍ਰਕਾਸ਼ਨ ਕਦੋਂ ਹੋਇਆ ਸੀ? ਸਤੰਬਰ 1933 ਨੂੰ। ਕਿਰਤ ਬਾਰੇ ਗੁਰਬਖਸ਼ ਸਿੰਘ ਦਾ ਕੀ ਵਿਚਾਰ ਹੈ? ਕਿਰਤ ਮਨੁੱਖ ਦਾ ਦਿਲ ਪਰਚਾਵਾ ਕਰਦੀ ਹੈ। ਕਿਰਤ ਹਰ ਰੋਗ ਦਾ ਇਲਾਜ ਵੀ ਕਰਦੀ ਹੈ। ਕਿਰਤ ਮਨੁੱਖ ਨੂੰ ਰੁਜ਼ਗਾਰ ਦਿੰਦੀ ਹੈ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਰਤ ਬਾਰੇ ਇਹ ਕੋਈ ਵੀ ਵਿਚਾਰ ਨਹੀਂ ਦਿੱਤਾ, ਇਸ ਲਈ ਸੱਸਾ ਆਪਸ਼ਨ ਕੀ ਆ? ਠੀਕ ਆ। ਧਰਮ ਬਾਰੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕੀ ਧਾਰਨਾ ਹੈ? ਉਸ ਅਨੁਸਾਰ ਧਰਮ ਇੱਕ ਤਰ੍ਹਾਂ ਦਾ ਅਫੀਮ ਹੈ। ਉਹ ਧਰਮ ਦਾ ਅੰਨਾ ਉਪਾਸਕ ਨਹੀਂ। ਧਰਮ ਦੁਆਰਾ ਮਨੁੱਖ ਰੱਬ ਨੂੰ ਪੁੱਜ ਸਕਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਹੜੀ ਧਰਮ ਬਾਰੇ ਆਪਣੀ ਵਿਚਾਰਧਾਰਾ ਦਿੱਤੀ ਹੈ ਉਹ ਕਹਿੰਦਾ ਹੈ ਕਿ ਉਹ ਧਰਮ ਦਾ ਅੰਨਾ ਉਪਾਸਕ ਨਹੀਂ ਹੈ।
ਅਗਲਾ ਪ੍ਰਸ਼ਨ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਰਚਨਾ ਕਾਲ ਕਿਹੜਾ ਹੈ? ਅਤੇ ਧਿਆਨ ਰੱਖਿਓ ਇੱਥੇ ਪੁੱਛਿਆ ਰਚਨਾ ਕਾਲ, ਜੀਵਨ ਕਾਲ ਨਹੀਂ। ਜੀਵਨ ਕਾਲ ਕਿੰਨਾ ਸੀ ਉਹ ਤੁਸੀਂ ਦੱਸਣਾ ਹੁਣ ਕਮੈਂਟ ਕਰਕੇ। 1936 ਤੋਂ 1980, 1933 ਤੋਂ 1967, 1933 ਤੋਂ 1977, 1939 ਤੋਂ 1979। ਤਾਂ ਉਹਨਾਂ ਦਾ ਰਚਨਾ ਕਾਲ ਕਿਹੜਾ ਹੈ? 1933 ਤੋਂ 1977। ਇਹਨਾਂ ਵਿੱਚੋਂ ਕਿਹੜੀ ਵਾਰਤਕ ਰਚਨਾ ਗੁਰਬਖਸ਼ ਸਿੰਘ ਦੀ ਨਹੀਂ ਹੈ? ਸਾਵੀਂ ਪੱਧਰੀ ਜ਼ਿੰਦਗੀ, ਪਰਮ ਮਨੁੱਖ, ਖੁੱਲ੍ਹਾ ਦਰ, ਸਾਊ ਪੁਨਾ ਤੇ ਹੋਰ ਲੇਖ। ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਾਵੀਂ ਪੱਧਰੀ ਜ਼ਿੰਦਗੀ ਵੀ ਰਚਨਾ ਹੈਗੀ ਆ, ਪਰਮ ਮਨੁੱਖ ਵੀ ਆ, ਖੁੱਲ੍ਹਾ ਦਰ ਵੀ ਆ। ਸਾਊ ਪੁਨਾ ਕੀ ਆ? ਉਹਨਾਂ ਦੀ ਰਚਨਾ ਨਹੀਂ ਹੈ। ਅਗਲਾ ਪ੍ਰਸ਼ਨ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਪੁਸਤਕ ਕਿਸ ਵਿਸ਼ੇ ਨਾਲ ਸੰਬੰਧਿਤ ਹੈ? ਦੇਸ਼ ਪਿਆਰ, ਪੁਰਾਣੇ ਪ੍ਰੇਮੀਆਂ ਦੇ ਪਿਆਰ, ਪਤੀ ਪਤਨੀ ਦੇ ਸੰਬੰਧ, ਇਸਤਰੀ ਪੁਰਸ਼ ਦੇ ਸੰਬੰਧ। ਤਾਂ ਜਿਹੜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇਹ ਪੁਸਤਕ ਆ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਇਹ ਪੁਰਾਣੇ ਪ੍ਰੇਮੀਆਂ ਦੇ ਪਿਆਰ ਦੇ ਵਿਸ਼ੇ ਨਾਲ ਸੰਬੰਧਿਤ ਹੈ। ਅੱਗੇ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਸ਼ੁਰੂ ਵਿੱਚ ਕਿਹੜੇ ਦੇਸ਼ ਦੇ ਜੀਵਨ ਤੋਂ ਪ੍ਰਭਾਵਿਤ ਹੋਇਆ ਸੀ? ਸੋਵੀਅਤ ਰੂਸ, ਈਰਾਨ ਤੇ ਇਰਾਕ, ਅਮਰੀਕਾ ਤੇ ਜਰਮਨ। ਗੁਰਬਖਸ਼ ਸਿੰਘ ਪ੍ਰੀਤਲੜੀ ਜਦੋਂ ਅਮਰੀਕਾ ਦੇ ਵਿੱਚ ਇੰਜੀਨੀਅਰਿੰਗ ਕਰਨ ਗਿਆ ਸੀ, ਉੱਥੋਂ ਦੀ ਕੀ ਆ ਦੇਸ਼ ਦੇ ਜੀਵਨ ਤੋਂ ਕਾਫੀ ਪ੍ਰਭਾਵਿਤ ਹੋਏ ਸੀ। ਅੱਗੇ ਆ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਪੁਸਤਕਾਂ ਸਾਵੀਂ ਪੱਧਰੀ ਜ਼ਿੰਦਗੀ, ਸੁਖਾਵੀਂ ਸੁਧਰੀ ਜ਼ਿੰਦਗੀ, ਭਖਦੀ ਜੀਵਨ ਚੰਗਿਆੜੀ ਮੁੱਖ ਤੌਰ 'ਤੇ ਕਿਹੜੇ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਹਨ? ਸੁਚੱਜੀ ਜੀਵਨ ਜਾਂਚ, ਔਰਤ ਦੀ ਆਜ਼ਾਦੀ, ਪ੍ਰਸੰਨ ਲੰਮੀ ਉਮਰ ਜਾਂ ਵਿਗਿਆਨਿਕ ਸੋਚ। ਇਹ ਰਚਨਾਵਾਂ ਉਹਨਾਂ ਦੀਆਂ ਹੈਗੀਆਂ ਸੁਚੱਜੀ ਜੀਵਨ ਜਾਂਚ ਵਿਸ਼ੇ ਨਾਲ ਸੰਬੰਧਿਤ। ਅਗਲਾ ਪ੍ਰਸ਼ਨ ਗੁਰਬਖਸ਼ ਸਿੰਘ ਨੇ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਕਿਹੜੀ ਪੁਸਤਕ ਲਿਖੀ ਸੀ? ਖੁੱਲ੍ਹਾ ਦਰ, ਇੱਕ ਦੁਨੀਆ ਤੇ ਤੇਰਾ ਸੁਪਨਾ, ਸਾਡੇ ਵਾਰਿਸ, ਮਨੋਹਰ ਸ਼ਖਸੀਅਤ। ਜਿਹੜੀ ਪ੍ਰੀਤਲੜੀ ਨੇ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਪੁਸਤਕ ਲਿਖੀ ਆ ਉਹ ਕਿਹੜੀ ਆ? ਸਾਡੇ ਵਾਰਿਸ। ਅੱਗੇ ਹੈ ਗੁਰਬਖਸ਼ ਸਿੰਘ ਦੀ ਵਾਰਤਕ ਨੂੰ ਲੈ ਕੇ ਉਸ ਦੇ ਨਾਲ ਕਿਹੜਾ ਵਿਸ਼ੇਸ਼ਣ ਜੋੜਿਆ ਜਾਂਦਾ ਹੈ? ਆਦਰਸ਼ ਮਨੁੱਖ, ਸ਼ਬਦਾਂ ਦਾ ਜਾਦੂਗਰ, ਹਵਾਈ ਕਿਲਿਆਂ ਵਾਲਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ ਜਿਹੜਾ ਵਿਸ਼ੇਸ਼ਣ ਜੋੜਿਆ ਜਾਂਦਾ ਹੈ ਸ਼ਬਦਾਂ ਦਾ ਜਾਦੂਗਰ। ਉਸਨੂੰ ਲਿਖਣ ਦਾ ਇੰਨਾ ਕੁ ਅਨੁਭਵ ਸੀ ਕਿ ਉਹ ਜਿਹੜੇ ਜਿੰਦ ਜਾਨ ਗਵਾ ਚੁੱਕੇ ਸ਼ਬਦ ਆ ਉਹਨਾਂ ਵਿੱਚ ਵੀ ਜਿੰਦ ਜਾਨ ਪਾ ਕੇ ਉਹਨਾਂ ਨੂੰ ਕੀ ਆ ਮੁੜ ਸੁਰਜੀਤ ਕਰ ਦਿੰਦਾ ਸੀ। ਪ੍ਰੀਤਲੜੀ ਨਾਂ ਦਾ ਰਸਾਲਾ ਕਦੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ? 1933, 1930, 1931 ਤੇ 1935। ਜਿਹੜਾ ਪ੍ਰੀਤਲੜੀ ਰਸਾਲਾ ਉਹ 1933 ਦੇ ਵਿੱਚ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਸੀ। ਗੁਰਬਖਸ਼ ਸਿੰਘ ਦੀ ਸੰਬੋਧਿਤ ਪੱਤਰਾਂ ਦੀ ਪੁਸਤਕ ਵਿੱਚ ਕਿਸ ਦੇ ਨਾਂ ਚਿੱਠੀਆਂ ਛਪਦੀਆਂ ਹਨ? ਮੱਖਣੀ, ਸੀਬੋ, ਜੀਤਾਂ ਤੇ ਰੱਜੋ। ਜਿਹੜੀਆਂ ਗੁਰਬਖਸ਼ ਸਿੰਘ ਦੀ ਸੰਬੋਧਿਤ ਪੱਤਰਾਂ ਦੇ ਵਿੱਚ ਪੁਸਤਕਾਂ ਵਿੱਚ ਜਿਹੜੀਆਂ ਚਿੱਠੀਆਂ ਛਪਦੀਆਂ ਉਹ ਕੀ ਆ? ਜੀਤਾਂ ਦੇ ਨਾਂ 'ਤੇ ਛਪਦੀਆਂ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਆਪਾਂ ਸਵੈ ਜੀਵਨੀ ਵਾਲੇ ਕੁਐਸਚਨ ਕਰ ਲਏ ਸੀ। ਹੁਣ ਤੁਸੀਂ ਦੱਸਣਾ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਕਿੰਨੇ ਭਾਗਾਂ ਦੇ ਵਿੱਚ ਵੰਡੀ ਹੋਈ ਸੀ ਅਤੇ ਉਸ ਦੇ ਕੀ ਨਾਮ ਸੀ। ਜਿਨ੍ਹਾਂ ਨੇ ਸਵੈ ਜੀਵਨੀ ਵਾਲਾ ਪਾਰਟ ਨਹੀਂ ਦੇਖਿਆ ਉਹ ਪਲੇਲਿਸਟ ਜਾ ਕੇ ਚੈੱਕ ਕਰ ਲਿਓ। ਗੁਰਬਖਸ਼ ਸਿੰਘ ਦੀ ਕਿਹੜੀ ਪੁਸਤਕ 1934 ਤੋਂ 1935 ਵਿੱਚ ਵਾਦ ਵਿਵਾਦ ਦਾ ਕਾਰਨ ਬਣੀ ਸੀ? ਨਵਾਂ ਸ਼ਿਵਾਲਾ, ਖੁੱਲ੍ਹਾ ਦਰ, ਪਰਮ ਮਨੁੱਖ, ਇੱਕ ਦੁਨੀਆ ਤੇ ਤੇਰਾ ਸੁਪਨਾ। ਤਾਂ ਜਿਹੜੀ 1934-35 ਦੇ ਵਿੱਚ ਵਾਦ ਵਿਵਾਦ ਦਾ ਕਾਰਨ ਬਣ ਗਈ ਸੀ ਉਹ ਕਿਹੜੀ ਪੁਸਤਕ ਆ? ਪਰਮ ਮਨੁੱਖ। ਅਗਲਾ ਵਾਰਤਕਾਰ ਹੈ ਪ੍ਰਿੰਸੀਪਲ ਤੇਜਾ ਸਿੰਘ। ਪ੍ਰਿੰਸੀਪਲ ਤੇਜਾ ਸਿੰਘ ਦੀ ਵੀ ਆਪਾਂ ਸਵੈ ਜੀਵਨੀ ਕਰ ਲਈ ਸੀ ਅਤੇ ਉਹਦੇ ਵਿੱਚ ਉਹਨਾਂ ਦਾ ਜੀਵਨ ਕਾਲ ਦੱਸਿਆ ਸੀ। ਉਹ ਹੁਣ ਤੁਸੀਂ ਦੱਸਿਓ ਕਿ ਉਹਨਾਂ ਦਾ ਜੀਵਨ ਕਾਲ ਕਿੱਥੋਂ ਲੈ ਕੇ ਕਿੱਥੋਂ ਤੱਕ ਸੀ। ਪਹਿਲਾ ਪ੍ਰਸ਼ਨ ਹੈ ਵਾਰਤਕਾਰ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹੜੀ ਪੁਸਤਕ ਦੀਆਂ ਭੂਮਿਕਾਵਾਂ ਲਿਖੀਆਂ ਸੀ? ਲੇਖਕ ਪਟਾਰੀ ਤੇ ਪੰਜਾਬੀ ਭੋਰੇ, ਜੱਸਾ ਸਿੰਘ ਆਹਲੂਵਾਲੀਆ,
ਸਮੇਂ ਦੇ ਤਿੰਨ ਰੰਗ ਜਾਂ ਇਹ ਸਾਰੀਆਂ ਹੀ। ਤਾਂ ਜਿਹੜੀ ਪ੍ਰਿੰਸੀਪਲ ਤੇਜਾ ਸਿੰਘ ਸੀ ਉਹਨਾਂ ਨੇ ਇਹ ਸਾਰੀਆਂ ਹੀ ਪੁਸਤਕਾਂ ਲਿਖੀਆਂ ਸੀ। ਰੱਬ ਅਰਦਾਸ ਸੁਣਦਾ ਹੈ ਤੇ ਮੁਆਵਜ਼ਾ ਕਰਦਾ ਹੈ, ਪਰ ਕਰਦਾ ਆਪਣੀ ਕੁਦਰਤ ਦੇ ਰਾਹੋਂ। ਇਸ ਸਤਰਾਂ ਵਿੱਚ ਕਿਹੜੇ ਨਿਬੰਧ ਨਾਲ ਸੰਬੰਧਿਤ ਹੈ? ਤੇ ਇਹ ਪ੍ਰਿੰਸੀਪਲ ਤੇਜਾ ਸਿੰਘ ਦਾ ਜਿਹੜਾ ਕਰਾਮਾਤ ਨਿਬੰਧ ਆ ਉਸ ਦੇ ਵਿੱਚੋਂ ਲਈਆਂ ਗਈਆਂ ਹੈ। ਅਗਲਾ ਪ੍ਰਸ਼ਨ ਹੈ, ਸਾਹਿਤ ਦਰਸ਼ਨ ਵਿੱਚ ਸ਼ਾਮਿਲ ਮਹਾਂਕਾਵ ਬਾਰੇ ਭਾਗ ਵਿੱਚ ਦਰਜ ਕੀਤੇ ਮਹਾਂਕਾਵ ਵਿੱਚ ਸ਼ਾਮਿਲ ਹੈ ਮਰਦ ਅਗੰਮੜਾ, ਏਸ਼ੀਆ ਦਾ ਚਾਨਣ, ਰਾਣਾ ਸੂਰਤ ਸਿੰਘ ਤੇ ਜਾਂ ਇਹ ਸਾਰੇ ਹੀ। ਨਾਲ ਨਾਲ ਇਹ ਵੀ ਯਾਦ ਰੱਖ ਲਿਓ, ਮਰਦ ਅਗੰਮੜਾ ਜਿਹੜਾ ਮਹਾਂਕਾਵ ਉਹ ਕਹਿੰਦਾ ਅਵਤਾਰ ਸਿੰਘ ਆਜ਼ਾਦ ਦਾ, ਤੇ ਏਸ਼ੀਆ ਦਾ ਚਾਨਣ ਮਹਾਂਕਾਵ ਕਹਿੰਦਾ ਮੋਹਨ ਸਿੰਘ ਦਾ। ਇਹ ਉਹਨੇ ਅਨੁਵਾਦ ਕੀਤਾ ਸੀ, ਤੇ ਉਹ ਕਿਹੜੀ ਰਚਨਾ ਦਾ ਅਨੁਵਾਦ ਕੀਤਾ ਸੀ ਉਹ ਤੁਸੀਂ ਦੱਸਿਓ ਹੁਣ। ਤੇ ਜਿਹੜਾ ਰਾਣਾ ਸੂਰਤ ਸਿੰਘ ਮਹਾਂਕਾਵ ਆ ਇਹ ਕਹਿੰਦਾ ਭਾਈ ਵੀਰ ਸਿੰਘ ਦਾ। ਉਹ ਕਿਹੜਾ ਨਿਬੰਧ ਸੰਗ੍ਰਹਿ ਹੈ ਜਿਸ ਵਿੱਚ ਚਿੱਟਾ ਲਹੂ ਤੇ ਕਵੀ ਦਾ ਸਵਾਗਤ ਸਿਰਲੇਖ ਅਧੀਨ ਭੂਮਿਕਾਵਾਂ ਨਿਬੰਧ ਵਜੋਂ ਸ਼ਾਮਿਲ ਹਨ? ਤੇ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਦਾ ਨਿਬੰਧ ਆ ਸਹਿਜ ਸੁਭਾਅ, ਉਸ ਦੇ ਵਿੱਚ ਚਿੱਟਾ ਲਹੂ ਤੇ ਕਵੀ ਦਾ ਸਵਾਗਤ ਸਿਰਲੇਖ ਅਧੀਨ ਜਿਹੜੀਆਂ ਭੂਮਿਕਾਵਾਂ ਨਿਬੰਧ ਦੇ ਵਜੋਂ ਸ਼ਾਮਿਲ ਨੇ। ਕਿਹੜਾ ਨਿਬੰਧ ਭਾਵੁਕ ਤੇ ਕਾਵਿਕ ਹੈ? ਸਾਊਪੁਣਾ, ਮਾਨਾਂ ਦਾ ਅੰਤ, ਸੱਭਿਆਚਾਰ ਦਾ ਮੇਲਾ। ਇਹ ਸਾਰੇ ਹੀ ਨਿਬੰਧ ਪ੍ਰਿੰਸੀਪਲ ਤੇਜਾ ਸਿੰਘ ਦੇ ਭਾਵੁਕ ਤੇ ਕਾਵਿਕ ਹਨ। ਅਗਲਾ ਪ੍ਰਸ਼ਨ ਹੈ, ਸਾਹਿਤ ਦਰਸ਼ਨ ਵਿੱਚ ਇਹਨਾਂ ਵਿੱਚੋਂ ਕਿਹੜੇ ਪੁਰਾਣੇ ਸਾਹਿਤਕਾਰ ਬਾਰੇ ਵਿਸਤ੍ਰਿਤ ਜਾਣਕਾਰੀ ਦਰਜ ਨਹੀਂ ਹੈ? ਪਹਿਲੇ ਪੰਜ ਗੁਰੂ ਤੇ ਗੁਰੂ ਗੋਬਿੰਦ ਸਿੰਘ, ਸ਼ੇਖ ਫਰੀਦ ਤੇ ਦਮੋਦਰ। ਇਹਨਾਂ ਤਿੰਨਾਂ ਬਾਰੇ ਤਾਂ ਜਾਣਕਾਰੀ ਹੈਗੀ ਆ, ਕਿਹੜੇ ਬਾਰੇ ਨਹੀਂ? ਵਾਰਿਸ ਸ਼ਾਹ ਬਾਰੇ। ਅਗਲਾ ਪ੍ਰਸ਼ਨ ਹੈ, ਨਿਬੰਧਕਾਰ ਪ੍ਰਿੰਸੀਪਲ ਤੇਜਾ ਸਿੰਘ ਦਾ ਪਹਿਲਾ ਨਿਬੰਧ ਸੰਗ੍ਰਹਿ ਨਵੀਆਂ ਸੋਚਾਂ, ਸੱਭਿਆਚਾਰ ਤੇ ਹੋਰ ਲੇਖ, ਸਹਿਜ ਸੁਭਾਅ ਤੇ ਘਰ ਦਾ ਪਿਆਰ। ਤਾਂ ਪ੍ਰਿੰਸੀਪਲ ਤੇਜਾ ਸਿੰਘ ਦਾ ਜਿਹੜਾ ਪਹਿਲਾ ਨਿਬੰਧ ਸੰਗ੍ਰਹਿ ਉਹ ਕਿਹੜਾ? ਨਵੀਆਂ ਸੋਚਾਂ। ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹੜੇ ਨਿਬੰਧ ਵਿੱਚ ਵਰਤੋਂ ਵਿਹਾਰ ਦੀ ਪ੍ਰੇਰਨਾ ਨਹੀਂ ਦਿੱਤੀ? ਇਹ ਜਿਵੇਂ ਨਾਮ ਤੋਂ ਹੀ ਪਤਾ ਲੱਗੀ ਜਾਂਦਾ, ਸਿੱਖ ਤੇ ਸ਼ਾਂਤਮਈ। ਬਾਕੀਆਂ ਵਿੱਚ ਉਹਨੇ ਕੀ ਆ? ਵਰਤੋਂ ਵਿਹਾਰ ਬਾਰੇ ਪ੍ਰੇਰਨਾ ਦਿੱਤੀ ਆ। ਅਗਲਾ ਪ੍ਰਸ਼ਨ ਹੈ, ਪ੍ਰਿੰਸੀਪਲ ਤੇਜਾ ਸਿੰਘ ਦੀ ਅਣਛਪੀ ਵਾਰਤਕ ਰਚਨਾ ਕਿਹੜੀ ਹੈ? ਆਓ ਰਲ ਰਹੀਏ, ਤਿਆਰ ਬਰ ਤਿਆਰ, ਪੰਜਾਬ ਅਤੇ ਪੰਜਾਬੀ ਸੱਭਿਆਚਾਰ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਿਹੜੀ ਪ੍ਰਿੰਸੀਪਲ ਤੇਜਾ ਸਿੰਘ ਦੀ ਅਣਛਪੀ ਵਾਰਤਕ ਰਹਿ ਗਈ ਉਹ ਕਿਹੜੀ ਆ? ਤਿਆਰ ਬਰ ਤਿਆਰ। ਇਹ ਸਨ ਸਾਡੇ ਅੱਜ ਦੇ ਪ੍ਰਸ਼ਨ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਨਾ, ਨਾਲ ਹੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਥੈਂਕ ਯੂ।